ਨੈਕਸਟ ਟੌਪਿਕ ਹੁਣ ਆਪਣੇ ਕੋਲੇ ਕੋਵੈਲੈਂਟ ਬੌਂਡ। ਠੀਕ ਹੈ, ਨੈਕਸਟ ਜਿਹੜਾ ਹੁਣ ਆਪਾਂ ਬੌਂਡਿੰਗ ਪੜ੍ਹ ਰਹੇ ਹਾਂ ਵੀ ਕਿਵੇਂ ਬੌਂਡ ਬਣਾ ਰਹੇ ਆ, ਮੋਡਸ ਆਫ ਬੌਂਡਿੰਗ ਪੜ੍ਹ ਰਹੇ ਹਾਂ ਆਪਾਂ। ਸੈਕਿੰਡ ਆਉਂਦਾ ਹੁਣ ਆਪਣੇ ਕੋਲੇ ਕੋਵੈਲੈਂਟ ਬੌਂਡ। ਕੋਵੈਲੈਂਟ ਬੌਂਡ ਕਿਵੇਂ ਬਣਦਾ? ਮਿਊਚੁਅਲ ਸ਼ੇਅਰਿੰਗ ਆਫ ਇਲੈਕਟ੍ਰੋਨ। ਮਿਊਚੁਅਲ ਮਤਲਬ ਕੀ ਹੁੰਦਾ ਕਿ ਜਿਹੜੇ ਐਟਮਸ ਬੌਂਡ ਬਣਾ ਰਹੇ ਆ, ਕੰਬਾਈਨ ਹੋ ਰਹੇ ਆ, ਉਹ ਦੋਨੋਂ ਐਟਮ ਹੀ ਪਾਰਟੀਸਪੇਟ ਕਰਨ ਇਲੈਕਟ੍ਰੋਨਸ ਦਾ, ਕਿ ਇੱਕ ਇਲੈਕਟ੍ਰੋਨ ਉਹ ਦੇਵੇ, ਇੱਕ ਦੂਸਰਾ ਦੇਵੇ। ਜਿਹੜੇ ਬੌਂਡਿੰਗ ਕਰ ਰਹੇ ਐਟਮ ਹੈ ਉਹ ਦੋਨੋਂ ਸੇਮ ਵੀ ਹੋ ਸਕਦੇ ਆ ਅਤੇ ਡਿਫਰੈਂਟ ਵੀ ਹੋ ਸਕਦੇ ਆ। ਔਰ ਇਹ ਬੌਂਡ ਇੱਕ ਵੀਕ ਬੌਂਡ ਹੈ, ਅਤੇ ਜਿਹੜੇ ਕੋਵੈਲੈਂਟ ਕੰਪਾਊਂਡ ਦੇ ਨਾਲ ਕੰਪਾਊਂਡ ਬਣਦੇ ਆ ਉਹਨਾਂ ਨੂੰ ਆਪਾਂ ਕੋਵੈਲੈਂਟ ਕੰਪਾਊਂਡ ਕਹਿੰਦੇ ਆ। ਇਹ ਕੰਪਾਊਂਡ ਜਿਹੜੇ ਮੋਲੀਕਿਊਲ ਦੀ ਫਾਰਮ 'ਚ ਐਗਜ਼ਿਸਟ ਕਰਦੇ ਆ, ਜਿਵੇਂ ਉਹ ਲੈਟਿਸ ਦੀ ਫਾਰਮ 'ਚ ਐਗਜ਼ਿਸਟ ਕਰਦੇ ਸੀ ਆਇਨਿਕ ਵਾਲੇ, ਉਵੇਂ ਇਹ ਮੋਲੀਕਿਊਲਸ ਦੀ ਫਾਰਮ ਦੇ ਵਿੱਚ ਐਗਜ਼ਿਸਟ ਕਰਦੇ ਆ। ਠੀਕ ਹੈ, ਕਿ ਇਹਨਾਂ ਦੀ ਮੋਲੀਕਿਊਲਸ ਦੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੁੰਦੀ ਆ। ਜਿਵੇਂ NaCl ਮੋਲੀਕਿਊਲ ਦੀ ਐਗਜ਼ਿਸਟੈਂਸ ਨਹੀਂ ਹੈਗੀ ਹੈ ਨਾ, ਉਹ ਲੈਟਿਸ ਦੇ ਵਿੱਚ ਹੀ। ਐਗਜ਼ਾਮਪਲ ਦੇਖ ਲਓ ਕਿ ਆਪਾਂ ਹਾਈਡਰੋਜਨ ਲਈ ਆ, ਹਾਈਡਰੋਜਨ ਕੋਲ ਇੱਕ ਇਲੈਕਟ੍ਰੋਨ ਹੈ, ਆ ਇਲੈਕਟ੍ਰੋਨ ਹੈ ਡਾਟ ਵਾਲੇ ਵੈਲੈਂਸ ਸ਼ੈਲ ਦੇ ਵਿੱਚ। ਠੀਕ ਹੈ, ਇਹਨਾਂ ਦੋਵਾਂ ਨੇ ਜਿਹੜੇ ਇਲੈਕਟ੍ਰੋਨ ਆ ਉਹ ਆਪਣੇ ਕੀ ਕਰਤੇ? ਡੋਨੇਟ ਕਰਤੇ। ਇੱਕ ਇਲੈਕਟ੍ਰੋਨ ਇਹਨੇ ਦਿੱਤਾ, ਇੱਕ ਇਲੈਕਟ੍ਰੋਨ ਇਹਨੇ ਦਿੱਤਾ, ਅਤੇ ਇਹ ਕੀ ਬਣ ਗਿਆ ਆਪਣੇ ਕੋਲੇ? ਕੋਵੈਲੈਂਟ ਬੌਂਡ ਬਣ ਗਿਆ। ਇਸ ਜਿਹੜਾ ਇਹ ਇਲੈਕਟ੍ਰੋਨ ਇਹਨਾਂ ਨੇ ਦਿੱਤੇ ਆ ਇਹਨੂੰ ਆਪਾਂ ਕੀ ਕਹਿੰਦੇ? ਸ਼ੇਅਰਡ ਪੇਅਰ ਆਫ ਇਲੈਕਟ੍ਰੋਨ। ਇਹਨੂੰ ਇਸ ਤਰੀਕੇ ਨਾਲ ਵੀ ਲਿਖ ਸਕਦੇ ਹੋ ਤੁਸੀਂ, ਇੱਥੇ ਇਲੈਕਟ੍ਰੋਨ ਹੈ, ਦੂਸਰਾ ਦਿਖ ਨਹੀਂ ਰਿਹਾ ਸੀ ਹੈ ਨਾ, ਅਤੇ ਇਹ ਦੋਨੋਂ ਇਲੈਕਟ੍ਰੋਨ ਜਿਹੜੇ ਸ਼ੇਅਰ ਇਲੈਕਟ੍ਰੋਨ, ਜਿਵੇਂ ਆਪਾਂ NaCl ਦੇ ਵਿੱਚ ਸੀਗਾ ਨਾ ਕੇਸ ਆਪਣੇ ਕੋਲੇ, ਕਿ NaCl ਦੇ ਵਿੱਚ ਜਿਹੜਾ ਕੇਸ ਸੀਗਾ ਕਿ ਜਿਵੇਂ Na ਹੈ, ਇਹਨੇ ਆਪਦਾ ਇਲੈਕਟ੍ਰੋਨ ਇਹਨੂੰ ਦੇਤਾ ਸੀ, ਅਤੇ ਇਹ ਇਲੈਕਟ੍ਰੋਨ ਆਪਾਂ Na ਵਿੱਚ ਕਾਊਂਟ ਨਹੀਂ ਕਰਦੇ ਸੀ ਬਾਅਦ ਵਿੱਚ। ਇਹਦੇ ਵਿੱਚ ਜਿਹੜਾ ਹੈਗਾ ਜਦੋਂ ਇਹਨਾਂ ਨੇ ਇਲੈਕਟ੍ਰੋਨ ਬਣਾ ਲਏ ਹਾਈਡਰੋਜਨ ਨੇ, ਤਾਂ ਇਹ ਇਲੈਕਟ੍ਰੋਨ ਦੋਨਾਂ 'ਚ ਕਾਊਂਟ ਹੁੰਦਾ। ਇਹ ਜਿਹੜੇ ਸ਼ੇਅਰਡ ਆ, ਇਹ ਦੋ ਇਲੈਕਟ੍ਰੋਨ ਮੰਨ ਲਓ ਆਪਾਂ ਇਹ ਕਹਿ ਸਕਦੇ ਹਾਂ ਕਿ ਹਾਈਡਰੋਜਨ ਕੋਲ ਆ, ਇਹੀ ਦੋਨੇ ਇਸ ਹਾਈਡਰੋਜਨ ਕੋਲ ਆ, ਤਾਂ ਇਹ ਇਲੈਕਟ੍ਰੋਨ ਦੋਨਾਂ ਨੇ ਕਿਉਂਕਿ ਮਿਊਚੁਅਲ ਸ਼ੇਅਰਿੰਗ ਕੀਤੀ ਆ, ਅਤੇ ਜਦੋਂ ਆਪਾਂ ਇਹਨਾਂ ਨੂੰ ਕਾਊਂਟ ਕਰਨਾ ਤਾਂ ਇਹਨਾਂ ਦੋਨਾਂ ਕੋਲੇ ਕਰਨਾ। ਇਸ ਆਇਨਿਕ ਬੌਂਡ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਨਹੀਂ ਕਰਦੇ ਸੀ। ਆਇਨਿਕ ਬੌਂਡ ਦੇ ਵਿੱਚ ਆਪਾਂ ਕਿਹਾ ਸੀ ਕਿ ਜਦੋਂ ਇਲੈਕਟ੍ਰੋਨ ਇਹਨੇ ਡੋਨੇਟ ਕਰਦਾ ਤਾਂ ਇਹਦੇ 'ਤੇ ਕੋਈ ਹੱਕ ਹੀ ਨਹੀਂ ਰਹਿੰਦਾ। ਜਦੋਂ ਸ਼ੇਅਰਿੰਗ ਦੇ ਵਿੱਚ ਕੀ ਆ ਕਿ ਦੋਨੋਂ ਇਲੈਕਟ੍ਰੋਨ ਜਿਹੜੇ ਜਦੋਂ ਸ਼ੇਅਰ ਕਰਦੇ ਆ ਤਾਂ ਆਪਣੇ ਕੋਲੇ ਉਹਨਾਂ ਦਾ ਪੂਰਾ ਪੂਰਾ ਹੱਕ ਹੁੰਦਾ। ਠੀਕ ਹੈ, ਤਾਂ ਹਾਈਡਰੋਜਨ ਜਿਹੜਾ ਉਹ ਆਪਦੇ ਆਕਟੇਟ ਵਿੱਚ ਵੈਲੈਂਸ ਸ਼ੈਲ ਦੇ ਵਿੱਚ 2 ਇਲੈਕਟ੍ਰੋਨ ਪੂਰੇ ਕਰਨਾ ਚਾਹੁੰਦਾ ਸਟੇਬਲ ਹੋਣ ਵਾਸਤੇ, ਤਾਂ ਆਹ 2 ਇਲੈਕਟ੍ਰੋਨ ਆ। ਇਸ ਹਾਈਡਰੋਜਨ ਦੇ ਵੀ 2 ਇਲੈਕਟ੍ਰੋਨ ਹੈ, ਇਹਦੇ ਵੀ 2 ਇਲੈਕਟ੍ਰੋਨ ਹੈ। ਠੀਕ ਹੈ, ਕਿਉਂ 2 ਪੂਰੇ ਕਰਨਾ ਚਾਹੁੰਦਾ? ਕਿਉਂਕਿ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ 1s1 ਹੁੰਦੀ ਹੈ, ਅਤੇ S ਦੇ ਵਿੱਚ ਮੈਕਸੀਮਮ 2 ਹੀ ਇਲੈਕਟ੍ਰੋਨ ਆ ਸਕਦੇ ਆ, 8 ਨਹੀਂ ਆ ਸਕਦੇ, ਤਾਂ ਕਰਕੇ 2 ਇਲੈਕਟ੍ਰੋਨ ਪੂਰੇ ਕਰਕੇ ਹੀ ਸਟੇਬਲ ਹੋ ਜਾਂਦਾ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲੇ 3 ਟਾਈਪ ਦੇ ਬੌਂਡ ਨੇ ਕੋਵੈਲੈਂਟ ਬੌਂਡ, ਸਿੰਗਲ, ਡਬਲ ਅਤੇ ਟ੍ਰਿਪਲ। ਜੇ ਇੱਕ ਇਲੈਕਟ੍ਰੋਨ ਪੇਅਰ ਮੀਨਸ 2 ਇਲੈਕਟ੍ਰੋਨ। ਇੱਕ ਇਲੈਕਟ੍ਰੋਨ ਦਾ ਮਤਲਬ ਕੀ ਹੈ? ਇਲੈਕਟ੍ਰੋਨ ਪੇਅਰ ਦਾ ਮਤਲਬ ਕੀ ਹੈ ਕਿ 2 ਇਲੈਕਟ੍ਰੋਨ। ਜੇ 2 ਇਲੈਕਟ੍ਰੋਨ ਸ਼ੇਅਰ ਕਰਦੇ ਐਟਮ ਤਾਂ ਸਿੰਗਲ ਬੌਂਡ ਬਣਦਾ, ਜਿਵੇਂ ਇੱਕ ਇਹਨੇ ਦਿੱਤਾ, ਇੱਕ ਇਹਨੇ ਦਿੱਤਾ। ਜੇ 2 ਪੇਅਰ ਸ਼ੇਅਰ ਹੁੰਦੇ ਆ ਤਾਂ ਡਬਲ ਬੌਂਡ ਬਣਦਾ, ਕਿ ਇੱਕ ਪੇਅਰ ਇਹਨੇ ਦਿੱਤਾ, ਇੱਕ ਪੇਅਰ ਇਹਨੇ ਦਿੱਤਾ। ਆਕਸੀਜਨ ਦਾ ਕੇਸ ਹੈ। ਜੇ ਉਹ 3 ਇਲੈਕਟ੍ਰੋਨ ਜਿਹੜੇ ਹੈਗੇ ਆ ਦਿੰਦਾ ਹੈਗਾ ਤਾਂ ਉਹਦੇ ਵਿੱਚ ਆਪਣੇ ਕੋਲੇ ਕੀ ਬਣਦਾ? ਟ੍ਰਿਪਲ ਬੌਂਡ ਬਣਦਾ। ਠੀਕ ਹੈ, ਉਸ ਤੋਂ ਬਾਅਦ ਆਉਂਦੇ ਹੁਣ ਆਪਣੇ ਕੋਲੇ ਬੌਂਡਿੰਗ ਐਂਡ ਨੋਨ ਬੌਂਡਿੰਗ ਇਲੈਕਟ੍ਰੋਨਸ। ਇਹ ਜਿਹੜੇ ਬੌਂਡਿੰਗ ਅਤੇ ਨੋਨ ਬੌਂਡਿੰਗ ਹੈ ਵੈਲੈਂਸ ਸ਼ੈਲ ਇਲੈਕਟ੍ਰੋਨਸ 'ਚੋਂ ਹੀ ਲੈਣੇ ਆਪਾਂ। ਠੀਕ ਹੈ, ਕਿਉਂਕਿ ਵੈਲੈਂਸ ਸ਼ੈਲ ਵਾਲੇ ਬੌਂਡਿੰਗ 'ਚ ਪਾਰਟੀਸਪੇਟ ਕਰਦੇ ਆ, ਤਾਂ ਵੈਲੈਂਸ ਸ਼ੈਲ ਦੇ ਉਹ ਇਲੈਕਟ੍ਰੋਨ ਜਿਹੜੇ ਤਾਂ ਬੌਂਡ ਬਣਾ ਲੈਂਦੇ ਉਹ ਬੌਂਡਿੰਗ ਹੋ ਜਾਂਦੇ ਆ, ਅਤੇ ਜਿਹੜੇ ਬਚ ਜਾਂਦੇ ਆ ਵੈਲੈਂਸ ਸ਼ੈਲ ਵਾਲੇ ਇਲੈਕਟ੍ਰੋਨਸ ਉਹ ਕੀ ਆ? ਨੋਨ ਬੌਂਡਿੰਗ ਹੋ ਜਾਂਦੇ ਆ। ਇਹਨਾਂ ਨੂੰ ਲੋਨ ਪੇਅਰਸ ਵੀ ਕਹਿੰਦੇ ਆ, ਲੋਨ ਪੇਅਰ ਆਫ ਇਲੈਕਟ੍ਰੋਨਸ। ਠੀਕ ਹੈ, ਹੁਣ ਜਿਵੇਂ ਵਾਟਰ ਦਾ ਕੇਸ ਹੈ, ਵਾਟਰ ਦੇ ਵਿੱਚ ਆਪਣੇ ਕੋਲੇ ਕੀ ਹੈ? ਆਕਸੀਜਨ ਹੈ। ਆਕਸੀਜਨ ਦੇ ਆਪਣੇ ਕੋਲੇ ਅਰਾਊਂਡ ਕਿੰਨੇ ਇਲੈਕਟ੍ਰੋਨ ਹੁੰਦੇ ਆ? 6। 2 ਤਾਂ ਹਾਈਡਰੋਜਨ ਨੇ ਬੌਂਡ ਬਣਾ ਲਏ ਵਾਟਰ ਦੇ ਕੇਸ ਵਿੱਚ। ਜਿਹੜੇ 4 ਇਲੈਕਟ੍ਰੋਨ ਬਚ ਗਏ ਵੈਲੈਂਸ ਸ਼ੈਲ 'ਚੋਂ, ਇਹ ਆ ਗਏ ਲੋਨ ਪੇਅਰਸ, ਅਤੇ ਜਿਨ੍ਹਾਂ ਨੇ ਬੌਂਡ ਬਣਾਇਆ ਹਾਈਡਰੋਜਨ ਨਾਲ ਉਹ ਕੀ ਆ ਗਏ? ਬੌਂਡ ਪੇਅਰਸ ਜਾਂ ਬੌਂਡਿੰਗ ਇਲੈਕਟ੍ਰੋਨਸ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਜਨਰਲ ਪ੍ਰੋਪਰਟੀਜ਼ ਕੋਵੈਲੈਂਟ ਕੰਪਾਊਂਡ ਦੀਆਂ। ਸਟੇਟ ਆਫ ਐਗਜ਼ਿਸਟੈਂਸ ਕਿ ਫੋਰਸਿਸ ਵੀਕ ਹੁੰਦੀਆਂ ਤਾਂ ਕਰਕੇ ਇਹ ਜਨਰਲੀ ਗੈਸਿਸ, ਲਿਕੁਇਡ ਜਾਂ ਸੋਫਟ ਸੋਲਿਡਸ ਹੁੰਦੇ ਆ। ਠੀਕ ਹੈ, ਹਾਰਡ ਸੋਲਿਡ ਨਹੀਂ ਹੁੰਦੇ ਗੇ। ਗੈਸਿਸ ਜਿਵੇਂ ਨਾਈਟ੍ਰੋਜਨ ਹੈ, ਆਕਸੀਜਨ ਹੈ, ਕਾਰਬਨ ਡਾਈਆਕਸਾਈਡ ਹੈ, ਵਾਟਰ ਲਿਕੁਇਡ ਫਾਰਮ 'ਚ ਹੁੰਦਾ ਹੈ। ਠੀਕ ਹੈ, ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਨਰਲੀ ਕੋਵੈਲੈਂਟ ਹੁੰਦੇ ਇਹਨਾਂ 'ਚ ਬੌਂਡ। ਠੀਕ ਹੈ,
ਮੈਲਟਿੰਗ ਬੋਇਲਿੰਗ ਪੁਆਇੰਟ ਲੋ ਹੋਣਗੇ। ਸੋਲਿਬਿਲਿਟੀ, ਕਿਉਂਕਿ ਇਹਨਾਂ ਵਿੱਚ ਕਿਹੜਾ ਕੋਈ ਪੋਜ਼ਿਟਿਵ ਨੈਗੇਟਿਵ ਚਾਰਜ ਜਾਂ ਪੋਲਸ ਹੈ ਨਹੀਂ, ਤਾਂ ਕਰਕੇ ਵਾਟਰ 'ਚ ਘੱਟ ਡਿਸੋਲਵ ਕਰਦੇ ਆ ਇਹ, ਠੀਕ ਹੈ। ਅਤੇ ਉਸ ਤੋਂ ਬਾਅਦ ਆ ਗਿਆ ਬੈਡ ਕੰਡਕਟਰਸ ਨੇ, ਠੀਕ ਹੈ, ਐਕਸੈਪਟ ਗ੍ਰੇਫਾਈਟ, ਐਕਸੈਪਟ ਗ੍ਰੇਫਾਈਟ, ਗ੍ਰੇਫਾਈਟ ਤੋਂ ਬਿਨਾਂ ਇਹ ਬੈਡ ਕੰਡਕਟਰਸ ਹੀ ਨੇ। ਅਤੇ ਇਹ ਜਿਹੜਾ ਬੌਂਡ ਹੈ ਉਹ ਸੈਂਟਰ 'ਚ ਐਗਜ਼ਿਸਟ ਕਰਦਾ ਹੈ, ਠੀਕ ਹੈ। ਬੌਂਡ ਕੀ ਕਰਦਾ, ਸੈਂਟਰ ਦੇ ਵਿੱਚ ਐਗਜ਼ਿਸਟ ਕਰਦਾ ਹੈਗਾ ਦੋਨਾਂ ਦੇ ਐਟਮਸ ਦੇ ਜਿਹੜੇ ਬੌਂਡ ਬਣਾਉਂਦੇ। ਜਿਵੇਂ ਉਹਦੇ ਵਾਂਗੂ ਨਹੀਂ ਹੈਗਾ ਵੀ ਕਿਤੇ ਵੀ ਹੋ ਸਕਦਾ ਕਟਾਇਨ, ਇਹਨਾਂ ਵਿੱਚ ਜਿਹੜਾ ਬੌਂਡ ਆ ਉਹ ਸੈਂਟਰ ਦੇ ਵਿੱਚ ਹੀ ਹੋਊਗਾ, ਤਾਂ ਉਹਨੂੰ ਤਾਂ ਕਰਕੇ ਇਹਦੀ ਡਾਇਰੈਕਸ਼ਨਲ ਕਰੈਕਟਰ ਹੈ, ਠੀਕ ਹੈ। ਇਹਦਾ ਕਿਹੜਾ ਕਰੈਕਟਰ ਹੈ, ਡਾਇਰੈਕਸ਼ਨਲ ਕਰੈਕਟਰ ਹੈ। ਉਸ ਤੋਂ ਬਾਅਦ ਆ ਗਈਆਂ ਲਿਮਿਟੇਸ਼ਨਸ ਟੂ ਆਕਟੇਟ ਰੂਲ, ਕਿ ਆਕਟੇਟ ਰੂਲ ਦੀਆਂ ਲਿਮਿਟੇਸ਼ਨਸ ਪਹਿਲਾਂ ਦੇਖੋ ਹਾਈਡਰੋਜਨ ਮੋਲੀਕਿਊਲ ਹੀ ਹੈ, ਕਿ ਹਾਈਡਰੋਜਨ ਮੋਲੀਕਿਊਲ ਆਪਾਂ ਕੀ ਕਿਹਾ ਸੀ ਕਿ ਸਿਰਫ 2 ਇਲੈਕਟ੍ਰੋਨ ਲੈ ਸਕਦਾ ਉਹਦੇ ਬੈਲੈਂਸ ਸ਼ੈਲ ਵਿੱਚ, ਫਿਰ ਵੀ ਸਟੇਬਲ ਹੈ। ਦੈਟ ਮੀਨਸ ਇਹਦਾ ਆਕਟੇਟ ਜਿਹੜਾ ਹੈਗਾ ਉਹ ਪੂਰਾ ਹੋਣਾ ਜ਼ਰੂਰੀ ਨਹੀਂ ਹੈਗਾ, ਠੀਕ ਹੈ। ਐਕਸੈਪਸ਼ਨ ਜਾਂ ਲਿਮਿਟੇਸ਼ਨਸ। ਉਸ ਤੋਂ ਬਾਅਦ ਕਈ ਐਟਮਸ ਇੱਦਾਂ ਦੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਸੈਂਟਰਲ ਐਟਮ ਦਾ ਆਕਟੇਟ ਪੂਰਾ ਹੀ ਨਹੀਂ ਹੋ ਪਾ ਰਿਹਾ। ਜਦੋਂ ਆਕਟੇਟ ਹੀ ਨਹੀਂ ਪੂਰਾ ਹੋ ਪਾ ਰਿਹਾ ਹੈਗਾ, ਦੈਟ ਮੀਨਸ ਕੀ ਆਪਣੇ ਕੋਲੇ ਕਿ ਉਹ ਤਾਂ ਵੀ ਐਗਜ਼ਿਸਟ ਕਰਦੇ ਆ, ਜਿਵੇਂ LiCl ਹੈ। ਹੁਣ ਇਹਦੇ ਲੀਥੀਅਮ ਦੇ ਵਿੱਚ ਆਪਾਂ ਨੂੰ ਪਤਾ ਕਿ ਕਿੰਨੇ ਇਲੈਕਟ੍ਰੋਨ ਹੋਣਗੇ, ਠੀਕ ਹੈ, 1 ਇਲੈਕਟ੍ਰੋਨ ਇਹਨੇ ਦੇਤਾ ਇਹਨੂੰ। ਜਦੋਂ ਇਲੈਕਟ੍ਰੋਨ ਇਹਨੇ ਦੇਤਾ ਤਾਂ ਲੀਥੀਅਮ ਦੇ ਕੋਲੇ 2 ਇਲੈਕਟ੍ਰੋਨ ਆ ਗਏ, ਕਲੋਰੀਨ ਕੋਲੇ 8 ਆ ਗਏ। ਕਲੋਰੀਨ ਦਾ ਆਕਟੇਟ ਪੂਰਾ ਪਰ ਲੀਥੀਅਮ ਦਾ ਨਹੀਂ ਪੂਰਾ। ਜਦੋਂ ਲੀਥੀਅਮ ਦਾ ਨਹੀਂ ਪੂਰਾ ਹੈਗਾ, ਦੈਟ ਮੀਨਸ ਕੀ ਹੈ, ਇਹ ਫਿਰ ਵੀ ਐਗਜ਼ਿਸਟ ਕਰ ਰਿਹਾ, ਦੋਵਾਂ ਦਾ ਪੂਰਾ ਹੋਣਾ ਜ਼ਰੂਰੀ ਨਹੀਂ ਹੈਗਾ। ਐਕਸਪੈਂਡਡ ਦਾ ਮਤਲਬ ਕੀ ਹੈ ਕਿ 8 ਤੋਂ ਜ਼ਿਆਦਾ ਇਲੈਕਟ੍ਰੋਨ ਹੋਣਗੇ, ਠੀਕ ਹੈ। ਦੈਨ ਔਡ ਇਲੈਕਟ੍ਰੋਨ, 8 ਆਪਣੇ ਕੋਲੇ ਕੀ ਆ, ਈਵਨ ਨੰਬਰ ਹੈ, ਅਤੇ ਕਈ ਮੋਲੀਕਿਊਲ ਇੱਦਾਂ ਦੇ ਜਿਨ੍ਹਾਂ ਕੋਲੇ ਟੋਟਲ ਨੰਬਰ ਹੀ ਔਡ ਫਾਰਮ 'ਚ ਆ, ਜਿਵੇਂ 7 ਆ ਗਏ, 9 ਆ ਗਏ, 13 ਆ ਗਏ, ਠੀਕ ਹੈ। ਅਤੇ ਅਦਰ ਡਰੋਬੈਕਸ ਕੀ ਹੈ ਕਿ ਇੱਕ ਇਹ ਆਪਾਂ ਨੂੰ ਸ਼ੇਪ ਆਫ ਮੋਲੀਕਿਊਲ ਨਹੀਂ ਦੱਸਦਾ, ਇੱਕ ਸਟੇਬਿਲਿਟੀ ਨਹੀਂ ਦੱਸਦਾ। ਸ਼ੇਪ ਮਤਲਬ ਕਿ ਜਿਵੇਂ ਹੁਣ ਤੁਹਾਨੂੰ ਲੂਇਸ ਡਾਟ ਸਟਰਕਚਰ ਡਰੋ ਕਰਨ ਨੂੰ ਕਹਿ ਹਰੇਕ ਦੀ ਅਲੱਗ-ਅਲੱਗ ਹੋਊਗੀ। ਕਿਉਂ ਅਲੱਗ-ਅਲੱਗ ਹੋਊਗੀ, ਕਿਉਂਕਿ ਮੈਂ ਤੁਹਾਨੂੰ ਕੋਈ ਸ਼ੇਪ ਹੀ ਨਹੀਂ ਦੱਸੀ ਕਿ ਤੁਸੀਂ ਇਸ ਸ਼ੇਪ ਦੇ ਵਿੱਚ ਡਰੋ ਕਰਨੀ ਹੈਗੀ ਆ, ਹੈ ਨਾ। ਜੇ ਤੁਹਾਨੂੰ ਸ਼ੇਪ ਨਹੀਂ ਦੱਸੀ ਮੈਂ, ਦੈਟ ਮੀਨਸ ਤੁਸੀਂ ਆਪਣੇ ਹਿਸਾਬ ਨਾਲ ਡਰੋ ਕਰੋਗੇ, ਤਾਂ ਕਰਕੇ ਕੀ ਹੈ, ਲੂਇਸ ਡਾਟ ਸਟਰਕਚਰ ਜਿਹੜੀ ਸੀਗੀ ਜਾਂ ਆਕਟੇਟ ਰੂਲ ਸੀ, ਉਹ ਆਪਾਂ ਨੂੰ ਕੋਈ ਸ਼ੇਪ ਬਾਰੇ ਦੱਸਦਾ ਨਹੀਂ ਵੀ 8 ਇਲੈਕਟ੍ਰੋਨ ਕਿਵੇਂ ਪੂਰੇ ਕਰਨੇ ਹੈਗੇ ਆ, ਠੀਕ ਹੈ। ਔਰ ਸਟੇਬਿਲਿਟੀ ਵੀ ਨਹੀਂ ਦੱਸਦਾ। ਕਲੀਅਰ, these are the exceptions to the octet rule. The next topic is to draw the Lewis dot structures of the molecules, कि तुसी molecules ਦੀਆਂ ਜਿਹੜੀਆਂ Lewis dot structures ਉਹ ਕਿਵੇਂ draw ਕਰਨੀਆਂ ਨੇ। Lewis dot ਇਹ ਮੈਂ ਨੋਟਸ 'ਚ ਨਹੀਂ ਪਾਇਆ ਟੌਪਿਕ, ਕਿਉਂਕਿ ਮਤਲਬ ਹਰੇਕ ਬੱਚੇ ਨੇ ਅਲੱਗ-ਅਲੱਗ ਕਰਨੀਆਂ ਹੈਗੀਆਂ, ਤਾਂ ਤੁਸੀਂ ਜਿਹੜੇ ਹੈਗੇ ਇਹ ਲੂਇਸ ਡਾਟ ਸਟਰਕਚਰ ਇੱਥੋਂ ਨੋਟ ਕਰਕੇ ਆਪਦੀਆਂ ਨੋਟਬੁੱਕਸ ਦੇ ਵਿੱਚ ਲਿਖ ਲਿਓ, ਅਤੇ ਜਿੰਨੀਆਂ ਮੈਕਸੀਮਮ ਤੁਸੀਂ ਡਰੋ ਕਰ ਸਕਦੇ ਹੋ ਕਰ ਲਿਓ, ਠੀਕ ਹੈ। ਲੂਇਸ ਡਾਟ ਸਟਰਕਚਰ ਆਫ ਮੋਲੀਕਿਊਲਸ, ਹੁਣ ਆਪਾਂ ਮੋਲੀਕਿਊਲਸ ਦੀਆਂ ਕਰਨੀਆਂ, ਅਤੇ ਮੋਲੀਕਿਊਲਸ ਕਿਹੜੇ ਹੁੰਦੇ ਆ, ਕੋਵਾਲੈਂਟ। ਦੈਟ ਮੀਨਸ ਹੁਣ ਆਪਾਂ ਕੋਵਾਲੈਂਟ ਕੰਪਾਊਂਡਸ ਦੀਆਂ ਡਰੋ ਕਰਨੀਆਂ, ਇਹ ਕਹਿ ਸਕਦੇ ਹਾਂ ਆਪਾਂ, ਠੀਕ ਹੈ, ਕਿ ਇਹਨਾਂ ਵਿੱਚ ਬੌਂਡ ਕਿਹੜਾ ਹੋਊਗਾ, ਕੋਵਾਲੈਂਟ ਹੀ ਹੋਊਗਾ, ਠੀਕ ਹੈ। ਅਤੇ ਹੁਣ ਜਿਵੇਂ ਆਪਾਂ ਸ਼ੁਰੂ ਕਰਦੇ ਹੈਗੇ ਹਾਂ ਨਾਈਟ੍ਰੋਜਨ ਤੋਂ। ਪਹਿਲਾਂ ਤਾਂ ਰਾਈਟ ਦਾ ਐਟਮਸ ਐਂਡ देयर ਲੂਇਸ ਡਾਟ ਸਟਰਕਚਰ, ਇੱਥੋਂ ਨੋਟ ਕਰਨਾ ਤੁਸੀਂ, ਠੀਕ ਹੈ। ਵੀਡੀਓ ਤੋਂ ਟੌਪਿਕ ਤੁਹਾਡੀਆਂ ਨੋਟਬੁੱਕਸ ਦੇ ਵਿੱਚ ਹੋਣਾ ਚਾਹੀਦਾ। ਤਾਂ ਆ ਗਿਆ ਆਪਣੇ ਕੋਲੇ ਰਾਈਟ ਐਟਮਸ ਐਂਡ देयर ਲੂਇਸ ਡਾਟ ਸਟਰਕਚਰ। ਐਟਮ ਲਿਖਣਾ, ਫਿਰ ਉਹਦਾ ਲੂਇਸ ਡਾਟ ਸਟਰਕਚਰ ਲਿਖਣਾ। ਉਸ ਤੋਂ ਬਾਅਦ ਸ਼ੇਅਰ ਇਲੈਕਟ੍ਰੋਨ ਟੂ ਕੰਪਲੀਟ देयर ऑक्टेट, ਐਟਮਸ ਦਾ ਆਕਟੇਟ ਪੂਰਾ ਕਰਨ ਵਾਸਤੇ ਇਲੈਕਟ੍ਰੋਨ ਸ਼ੇਅਰ ਕਰਨੇ ਆ। ਅਤੇ ਮੋਲੀਕਿਊਲਸ ਦੀ ਤੁਹਾਨੂੰ ਇੰਨੀ ਕੁ ਨੌਲੇਜ ਹੋਣੀ ਚਾਹੀਦੀ ਹੈ ਵੀ ਸੈਂਟਰ ਦੇ ਵਿੱਚ ਕਿਹੜਾ ਐਟਮ ਆਊਗਾ ਜਦੋਂ ਆਪਾਂ ਮਲਟੀ ਐਟਮਸ ਦੀ ਗੱਲ ਕਰਾਂਗੇ। ਜਿਵੇਂ ਨਾਈਟ੍ਰੋਜਨ ਦੀ ਡਰੋ ਕਰਦੇ ਹਾਂ, ਨਾਈਟ੍ਰੋਜਨ ਦੇ 2 ਐਟਮ ਹੈ, ਤਾਂ ਨਾਈਟ੍ਰੋਜਨ ਦਾ ਆਪਾਂ 2 ਐਟਮ ਲਿਖ ਲਏ। ਇਹਦੇ ਵੈਲੈਂਸ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਹੁੰਦੇ ਆ, 5। ਆ 5 ਆਪਾਂ ਇਲੈਕਟ੍ਰੋਨ ਡਰੋ ਕਰ ਲਏ, ਤੁਸੀਂ ਕਿਵੇਂ ਮਰਜ਼ੀ ਕਰ ਸਕਦੇ ਹੋ, ਠੀਕ ਹੈ। ਉਹਦੇ ਇਲੈਕਟ੍ਰੋਨ ਲੂਇਸ ਡਾਟ ਸਟਰਕਚਰ ਲਿਖ ਲਿਆ, ਐਟਮਸ ਲਿਖ ਲਏ। ਉਸ ਤੋਂ ਬਾਅਦ ਹੁਣ ਇਲੈਕਟ੍ਰੋਨ ਸ਼ੇਅਰ ਕਰਨੇ ਆ, 1 ਪੇਅਰ ਸ਼ੇਅਰ ਕੀਤਾ ਇਹਨੇ, 1 2 3 4 5,
ਮੀਨਸ ਨੂੰ 8 ਪੂਰੇ ਕਰਨ ਵਾਸਤੇ ਕਿੰਨੇ ਇਲੈਕਟ੍ਰੋਨ ਚਾਹੀਦੇ 3 ਤੇ ਕਿੰਨੇ ਪੇਅਰ ਸ਼ੇਅਰ ਕਰੂਗਾ ਇਹ 3 ਇਹ ਬਣ ਗਿਆ ਇਹਨੂੰ ਔਰ ਇਸ ਤਰ੍ਹਾਂ ਲਿਖ ਸਕਦੇ ਆਪਾਂ 3 ਮਤਲਬ ਫॉर द ਸੇਕ ਆਫ ਸਿੰਪਲਿਸਿਟੀ 3 ਬੌਂਡ ਬਣਾ ਲਏ ਹੁਣ ਆਹ 3 ਤਾਂ ਬੌਂਡ 'ਚ ਬਣ ਗਏ ਆਹ 2 ਰਹਿ ਗਏ ਇਹਨਾਂ ਨੂੰ ਐਜ਼ ਇਟ ਇਜ਼ ਲਿਖ ਦਿਓ ਇਹ ਲੋਨ ਪੇਅਰਸ ਆ ਗਏ ਨॉन ਬੌਂਡਿੰਗ ਆ ਗਏ ਇਹਦੇ ਕੋਲੇ ਵੀ 2 ਬਚ ਗਏ ਉਸ ਤੋਂ ਬਾਅਦ ਆ ਗਿਆ ਹੁਣ ਆਪਾਂ ਮੰਨ ਲਓ ਡਰਾ ਕਰਨਾ ਹੈਗਾ ਤੁਸੀਂ ਵਾਟਰ ਦਾ H2O ਦਾ ਜਦੋਂ H2O ਦਾ ਡਰਾ ਕਰਨਾ ਹੈ ਤੁਸੀਂ ਤਾਂ ਆ ਗਿਆ ਆਪਣੇ ਕੋਲੇ ਇਹਦੇ 'ਚ ਆਕਸੀਜਨ ਸੈਂਟਰ 'ਚ ਹੋਊਗਾ ਹਾਈਡਰੋਜਨ ਇਹਦੇ ਆਸੇ ਪਾਸੇ ਹੋਣਗੇ ਲੂਇਸ ਡਾਟ ਸਟਰਕਚਰ ਇਹਦੇ 6 ਇਲੈਕਟ੍ਰੋਨ ਹੁੰਦੇ ਆ ਹਾਈਡਰੋਜਨ ਕੋਲੇ ਇੱਕ ਇਲੈਕਟ੍ਰੋਨ ਹੈ ਇਹਨੇ ਇੱਕ ਸ਼ੇਅਰ ਕਰ ਲਿਆ ਇੱਕ ਤਾਂ ਸ਼ੇਅਰ ਕਰੂਗਾ ਹੀ ਹਾਈਡਰੋਜਨ ਨੇ ਕਿਉਂਕਿ 2 ਇਲੈਕਟ੍ਰੋਨ ਪੂਰੇ ਕਰਨੇ ਆ ਆਪਦੇ ਨਾ ਹੁਣ ਦੇਖੋ ਇਹ ਹਾਈਡਰੋਜਨ ਦਾ ਆ ਗਿਆ ਇਹ ਇਸ ਹਾਈਡਰੋਜਨ ਦਾ ਆ ਗਿਆ ਇਹਦੇ ਕੋਲੇ ਵੀ 2 ਇਲੈਕਟ੍ਰੋਨ ਪੂਰੇ ਹੋ ਗਏ ਇਹਦੇ ਕੋਲੇ ਵੀ 2 ਹੋ ਗਏ ਹਾਈਡਰੋਜਨ ਦੇ 2 ਹੀ ਪੂਰੇ ਕਰਨੇ ਆ ਇਹਦੇ ਕਿੰਨੇ ਹੋ ਗਏ 1 2 3 4 5 6 7 ਤੇ 8 ਮੀਨਸ ਇਹਦੇ ਜੇ ਡਰਾ ਕਰਨੇ ਆ ਤਾਂ ਇਸ ਤਰੀਕੇ ਨਾਲ ਇਹਦੇ ਸਾਰੇ ਇਹਦੇ ਆ ਇਲੈਕਟ੍ਰੋਨ ਆ ਸਾਰੇ ਤਾਂ ਸਿੰਪਲਿਸਿਟੀ ਵਾਸਤੇ ਤੁਸੀਂ ਇਸ ਤਰੀਕੇ ਨਾਲ ਲਿਖ ਸਕਦੇ ਹੋ ਆਕਸੀਜਨ ਤੇ ਇਦਾਂ ਬਚ ਗਏ ਲੋਨ ਪੇਅਰਸ ਬਚ ਗਏ ਠੀਕ ਹੈ ਹੁਣ ਜਦੋਂ ਮੈਂ ਤੁਹਾਨੂੰ ਡਰਾ ਕਰਨ ਨੂੰ ਕਹੂੰਗੀ ਲੂਇਸ ਡਾਟ ਸਟਰਕਚਰ ਆਫ ਵਾਟਰ ਕਿਸੇ ਦੀ ਇਸ ਸ਼ੇਪ 'ਚ ਹੋਊਗੀ ਕਿਸੇ ਨੇ ਐਂ ਵੀ ਕੀਤੀ ਹੋਊਗੀ ਕਿਸੇ ਨੇ ਕਿਵੇਂ ਹੈ ਨਾ ਕਿਸੇ ਨੇ ਕਿਵੇਂ ਡਰਾ ਕੀਤੀ ਹੋਊਗੀ ਤਾਂ ਕਰਕੇ ਆਪਾਂ ਨੂੰ ਸ਼ੇਪ ਨਹੀਂ ਦੱਸਦਾ ਹੈ ਨਾ ਇਹੀ ਲਿਮਿਟੇਸ਼ਨ ਆਪਾਂ ਕਰ ਚੁੱਕੇ ਹਾਂ ਉਸ ਤੋਂ ਬਾਅਦ ਜੇ ਤੁਸੀਂ ਕਾਰਬਨ ਡਾਈਆਕਸਾਈਡ ਦੀ ਡਰਾ ਕਰਨੀ ਆ ਕਾਰਬਨ ਆ ਗਿਆ 4 ਇਲੈਕਟ੍ਰੋਨ ਆ ਗਏ ਆਕਸੀਜਨ ਆ ਗਿਆ 6 ਇਲੈਕਟ੍ਰੋਨ ਆ ਗਏ ਸ਼ੇਅਰ ਕਰ ਦੋ ਇਲੈਕਟ੍ਰੋਨ ਤਾਂ ਆਕਟੇਟ ਪੂਰੇ ਹੋ ਗਏ ਸਾਰਿਆਂ ਦੇ ਤਾਂ ਇਸ ਤਰੀਕੇ ਨਾਲ ਜਿਹੜੀਆਂ ਹੋਰ ਐਗਜ਼ਾਮਪਲਸ ਦਿੱਤੀਆਂ ਹੋਈਆਂ ਬੁੱਕ ਦੇ ਵਿੱਚ ਤੁਸੀਂ ਉਹਨਾਂ ਦੀ ਲੂਇਸ ਡਾਟ ਸਟਰਕਚਰ ਡਰਾ ਕਰਨੀਆਂ ਨੇ ਕੋਸ਼ਿਸ਼ ਕਰਨੀ ਹੈ ਕਿਉਂਕਿ ਕਈ ਐਕਸੈਪਸ਼ਨਸ ਵੀ ਹੈਗੀਆਂ ਇਹਦੇ ਵਿੱਚ ਠੀਕ ਹੈ ਕਿ ਸਾਰਿਆਂ ਦਾ ਆਕਟੇਟ ਪੂਰਾ ਨਹੀਂ ਵੀ ਹੁੰਦਾ ਕਈ ਵਾਰੀ ਜਾਂ ਕੁਝ ਵੀ ਠੀਕ ਹੈ ਤਾਂ ਕਰਕੇ ਤੁਸੀਂ ਕੀ ਹੈ ਇਹਦਾ ਆਪਣੇ ਕੋਲੇ ਹੈਗਾ ਜਿਹੜਾ ਉਹ ਡਰਾ ਕਰਨਾ ਹੈਗਾ ਸਾਰੀਆਂ ਟਰਾਈ ਕਰਨੀਆਂ ਨੇ ਔਰ ਤੁਹਾਡੀਆਂ ਬੁੱਕਸ ਦੇ ਵਿੱਚ ਮੈਕਸਿਮਮ 10 12 ਤਾਂ ਹੋਣੀਆਂ ਚਾਹੀਦੀਆਂ ਨੋਟਬੁੱਕਸ ਦੇ ਵਿੱਚ ਜਿਹੜੀਆਂ ਤੁਸੀਂ ਡਰਾ ਕੀਤੀਆਂ ਹੋਣ ਓਕੇ